एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद। तेरे कवन कवन गुण कह कहे गावा, तू साहिब गुणी निधाना। तुमरी महिमा वर्ण ना साकूं, तू ठाकुर ऊच भगवाना। तुमरी महिमा वर्ण ना साकूं, तू ठाकुर ऊच भगवाना। सतनाम वाहिगुरु साहिब जियो। सूही छंत महला चौथा, मारे हस वे जन हऊँ मैं बिखिया। जिन हर प्रभ मिलन न दितिया, मारे हस वे जन हऊँ मैं बिखिया। जिन हर प्रभ मिलन न दितिया, देह कंचन वे वन्निया। इन हऊँ मैं मार विगुतिया। मोह माया वे सब काल खा, इन मन मुख मूड सजुतिया। जन नानक गुरमुख उबरे, गुर शब्दी हऊँ मैं छुटिया। वस आने हूँ वे जन इस मन को मन बासे। ज्यों नित नित पहुँदिया, दुख रहन वे विहानियाँ। नित आसा आस करेंदिया। गुर पाया वे संत जनों, मन आस पूरी हर चाहुंदिया। जन नानक प्रभ देह मती, छड़ आसा नित सुख सौंदिया। सातन आसा चित करे राम राजया। हर प्रभ सेजड़िया आई, मेरा ठाकुर अगम दयाल है राम राजया। कर कृपा लिह मिलाई, मेरा मन तन लोचा गुरमुखे राम राजया। हर श्रद्धा सेज विछाई, जन नानक हर प्रभ पहानिया। राम राजया मिलया सहज सुभाई। इकत से जय हर प्रभु राम राजया। गुर दसे हर मेले, मैं मन तन प्रेम बैराग है राम राजया। गुर मेले कृपा करे, हाँ गुर विटों कोल कुम्हाया राम राजया। ज्यों सतगुर आगे दे, गुर तुठा जियो राम राजया। जन नानक हर मेले, गुर तुठा जियो राम राजया। जन नानक हर मेले। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी
ਗੁਰੂ ਪਾਤਸ਼ਾਹ ਜੀ ਦੀ ਅਪਾਰ ਮਿਹਰਾਮਤ ਬਖਸ਼ਿਸ਼ ਸ਼ਾਮ ਸਮੇਂ ਦਾ ਦੀਵਾਨ ਅਸੀਂ ਮਾਣ ਰਹੇ ਹਾਂ। ਲੜੀਵਾਰ ਗੁਰਬਾਣੀ ਵਿਆਖਿਆ ਵਿੱਚ ਸੂਹੀ ਰਾਗ ਦੇ ਛੰਤ ਵਿਚਾਰਦਿਆਂ ਹੋਇਆਂ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਵਨ ਬਖਸ਼ਿਸ਼ ਅਸੀਸ ਸਾਨੂੰ ਪ੍ਰਾਪਤ ਹੈ। ਆਪ ਜੀ ਨੇ ਇਸ ਚੱਲ ਰਹੇ ਮੁਸਲਸਲ ਪ੍ਰਵਾਹ ਵਿੱਚੋਂ ਜੋ ਛੰਤ ਆਪ ਜੀ ਸਰਵਨ ਕਰ ਰਹੇ ਸੀ, ਇਹਦੇ ਸ਼ੁਰੂਆਤੀ 2 ਬੰਦ ਅਸੀਂ ਵਿਚਾਰੇ ਨੇ। 3 ਨੰਬਰ ਬੰਦ ਅੱਜ ਅਸੀਂ ਵਿਚਾਰ ਕਰਾਂਗੇ। ਸਾਹਿਬ ਜੋ ਰਹਿਮਤ ਕਰ ਰਹੇ ਸੀ, ਵੈਸੇ ਤੇ ਦੀ ਸ਼ੁਰੂਆਤ ਮਾਰੇ ਹਸਵੇ ਜਨ ਹਉਮੈ ਵਿਖਿਆ। ਹਉਮੈ ਦੀ ਬਿਮਾਰੀ ਮਨੁੱਖ ਦੇ ਅੰਦਰ ਜੋ ਦੀਰਘ ਰੋਗ ਦੇ ਰੂਪ ਵਿੱਚ ਹੈ, ਉਸ ਨੂੰ ਮਾਰਨ ਦੀ ਗੱਲ ਹੋ ਰਹੀ ਸੀ। ਜੋ ਦੂਸਰਾ ਪਦਾ ਸੀ, ਵਸ ਆਣਿਓ ਵੇ ਜਨ ਇਸ ਮਨ ਕੋ ਮਨ ਬਾਸੇ ਜਿਉ ਨਿਤ ਪਾਉਂਦੇ ਆ। ਇਹ ਮਨ ਸ਼ਿਕਾਰੀ ਜੋ ਇੱਧਰ ਉੱਧਰ ਮੂੰਹ ਮਾਰਦਾ ਫਿਰਦਾ, ਇਸ ਤਰੀਕੇ ਦੇ ਨਾਲ ਭਟਕ ਰਿਹਾ ਹੈ, ਭਰਮ ਰਿਹਾ ਹੈ, ਉਹਦੀ ਬਾਤ ਹੋ ਰਹੀ ਸੀ। ਹੁਣ ਜੋ ਤੀਸਰਾ ਪਦਾ ਆ, ਸਾਤਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜੀਏ ਆਈ। ਸਾਤਨ ਹੁਣ ਡਾਇਰੈਕਟਲੀ ਜੀਵਾਤਮਾ ਦੀ ਗੱਲ ਹੋਣ ਲੱਗੀ ਹੈ। ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਜੀਵਾਤਮਾ ਦੀ, ਮਤਲਬ ਇਹ ਕਿ ਮਨੁੱਖ ਨੂੰ ਉਹਦੀ ਜਿਹੜੀ ਆਈਡੈਂਟਿਟੀ ਹੈ ਇੱਕ ਫੈਮਿਨਨ ਸਾਈਡ ਤੇ ਆ ਰਹੀ ਹੈ। ਹੁਣ ਇਹਨੂੰ ਥੋੜਾ ਧਿਆਨ ਨਾਲ ਦੇਖਣਾ। ਜਿਵੇਂ ਅਸੀਂ ਹਉਮੈ ਦੀ ਗੱਲ ਕਰਦੇ ਹਾਂ, ਹਉਮੈ ਦੀਆਂ ਕਈ ਲੇਅਰਸ ਨੇ ਉਸ ਰੂਪ ਦੇ ਵਿੱਚ। ਸਮਹਾਉ ਅੱਜ ਹੀ ਮੈਂ ਇੱਕ ਨਿਊਯਾਰਕ ਦੇ ਬੜੇ ਨਾਮਵਰ ਲਿਖਾਰੀ ਨੂੰ ਉਹਦੀ ਇੱਕ ਪੋਡਕਾਸਟ ਸੁਣ ਰਿਹਾ ਸੀਗਾ। ਉਸਨੇ ਕੁਝ ਜਿਹੜੇ ਹੈ ਬਲੈਕ ਲਾਈਵ ਮੈਟਰਸ ਦੇ ਉੱਤੇ ਐਜੀਟੇਸ਼ਨ ਵਗੈਰਾ ਹੋਏ, ਉਹਨਾਂ ਦੇ ਬਾਬਤ ਕੁਝ ਲਿਖਿਆ ਕਿ ਸ਼ਾਇਦ W knows what the black power, ਇਸ ਕਿਸਮ ਦੀ ਕੁਝ ਕਿਤਾਬਚਾ ਵਗੈਰਾ ਲਿਖਿਆ ਉਹਨੇ। ਉਹਦੇ ਉੱਤੇ ਕੋਈ ਗੱਲਬਾਤ ਹੋ ਰਹੀ ਹੈ ਤੇ ਉਹ ਬਿਆਨ ਕਰਦਾ ਹੈ ਕਿ ਜੋ ਸੁਸਾਇਟੀ, ਉਸ ਅਮਰੀਕਨ ਸੁਸਾਇਟੀ ਦੀ ਬਾਤ ਕਰ ਰਿਹਾ ਉਹ, ਜਿਹਦੇ ਵਿੱਚ ਰਿਚ ਵਾਈਟ ਮੇਲ ਡੋਮੀਨੇਸ਼ਨ ਆ, ਤੇ ਉਹ ਇਸ ਚੀਜ਼ ਦੀ, ਇਸ ਡੋਮੀਨੇਸ਼ਨ ਦੀ ਐਕਸਰਸਾਈਜ਼ ਕਰ ਰਿਹਾ ਅਰਾਊਂਡ 400 ਈਅਰਸ ਤੋਂ, ਖਾਸ ਕਰਕੇ ਇੱਥੇ। ਤੇ ਉਹ ਕਿਹਾ ਗਿਆ ਕਿ ਇਹ ਕਿਵੇਂ ਹੋ ਸਕਦਾ ਆ ਕਿ ਉਸ ਜਿਹੜੀ ਉਹ ਐਕਸਰਸਾਈਜ਼ ਕਰ ਰਿਹਾ, ਜਿਹੜੀ ਉਹ ਸੁਪਰਮੇਸੀ ਇੰਜੋਏ ਕਰ ਰਿਹਾ, ਉਹਨੂੰ ਲੈਟ ਇਟ ਗੋ ਕਰ ਦੇਗਾ, ਜਾਣ ਦੇਗਾ, ਛੱਡ ਦੇਗਾ ਉਸਨੂੰ। ਇਟਸ ਨਾਟ ਪੋਸੀਬਲ। ਇੱਕ ਬੇਸਿਕ ਲੈਵਲ ਦੀ ਬਾਤ ਕਰਦਾ ਆ। ਉਹ ਕਹਿੰਦਾ ਕੁਝ ਐਜੀਟੇਸ਼ਨਸ ਹੁੰਦੇ ਨੇ, ਕੁਝ ਉਸ ਕਿਸਮ ਦੇ ਨਾਲ ਲੋਕ they come together, they raise their voices, all these things happens, but they can only buy some sort of sympathy, pittiness, nothing else. ਕਿਉਂਕਿ ਜਿਹੜਾ ਪਾਵਰ ਹਾਊਸ ਆ, ਉਹ ਤੇ ਇੱਕ ਇਨਰ ਲਾਈਨ ਦੇ ਵਿੱਚ ਬਿਲਕੁਲ ਇਸ ਚੀਜ਼ ਤੇ ਐਗਰੀ ਕਰ ਰਿਹਾ ਕਿ ਨੋ ਵੇ, ਇਹ ਛੱਡਿਆ ਨਹੀਂ ਜਾ ਸਕਦਾ। ਹੁਣ ਆ ਜਾਈਏ ਆਪਾਂ ਜਿਹੜੀ ਮਨੁੱਖ ਦੀ ਸਮੱਸਿਆ ਆ। ਦੇਖੋ, ਡਿਸਕ੍ਰਿਮੀਨੇਸ਼ਨ ਦੇ ਵਿੱਚੋਂ ਕਿਸੇ ਦਾ ਕੋਈ ਬੈਨੀਫਿਟ ਨਹੀਂ ਹੋ ਸਕਦਾ। ਜਿਹੜੀ ਇਨਇਕੁਐਲਿਟੀ ਹੈ, ਇਹਦੇ ਵਿੱਚੋਂ ਕਦੀ ਸਮਾਜ ਅੱਗੇ ਨਹੀਂ ਵੱਧ ਸਕਦਾ। ਅਨਜਸਟਿਸ ਆ, ਇਹ ਕਦੀ ਵੀ ਕਿਸੇ ਹੈਲਦੀ ਸੁਸਾਇਟੀ ਨੂੰ ਕ੍ਰੀਏਟ ਨਹੀਂ ਕਰ ਸਕਦਾ। ਕਿਸੇ ਕਿਸਮ ਦੀ ਵੀ ਜੋ ਸਮਾਜ ਦੀ ਸਮੁੱਚੀ ਸਿਰਜਣਾ ਦੇ ਵਿੱਚ, ਉਹਦੇ ਵਿੱਚ ਕੋਈ ਪਾਵਰ ਇੰਬੈਲੈਂਸਮੈਂਟ ਜਿਹੜੀ ਹੈਗੀ ਹੈ, ਉਹ ਕਿਵੇਂ ਬੈਨੀਫੀਸ਼ੀਅਲ ਹੋ ਸਕਦੀ ਹੈ? ਇਹਦੇ ਬਾਬਤ ਚਰਚਾਵਾਂ ਹੋ ਸਕਦੀਆਂ, ਗੱਲਾਂ ਹੋ ਸਕਦੀਆਂ, ਤੇ ਕੁਝ ਥੋੜ੍ਹੀ ਬਹੁਤੀ ਬਰਸ਼ਿੰਗ ਵਗੈਰਾ ਕਰ ਸਕਦਾ ਬੰਦਾ, ਕੋਈ ਡਸਟਿੰਗ ਵਗੈਰਾ ਕਰ ਦਿਓ ਮਾੜੀ ਮੋਟੀ। ਪਰ ਜਿਹੜੀ ਬੁਨਿਆਦੀ ਸਮੱਸਿਆ ਆ, ਉਹ ਕੀ ਹੈ? ਉਹ ਤੇ ਹੈ ਮਨੁੱਖ ਦੀ ਹਉਮੈ, ਈਗੋ। ਤੇ ਉਹ ਜਿਸ ਵੀ ਧਿਰ ਦੇ ਵਿੱਚ ਹੈ, ਉੱਥੇ ਮੌਜੂਦ ਹੈ। ਉਹਦਾ ਪਾਰਟ ਥੋੜਾ ਆ, ਬਹੁਤਾ ਆ, ਜ਼ਿਆਦਾ ਆ,
ਆਪਾਂ ਇੱਕ ਮਨੁੱਖ ਦੇ ਇੰਡੀਵਿਜੂਅਲ ਤੋਂ ਬਾਤ ਸ਼ੁਰੂ ਕਰੀਏ। ਉਸ ਨੂੰ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਸੀਗਾ ਕਿ ਇਹ ਦ੍ਰਿਸ਼ਟ ਰੋਗ ਪਚਮੂਏ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਕਾਮ ਰੋਗ ਮੈਗਲ ਬਸਲੀਨਾ ਹਉਮੈ ਰੋਗ ਮਨੁੱਖ ਕੋ ਦੀਨਾ। ਮਨੁੱਖ ਦੇ ਪੱਲੇ 'ਚ ਰੋਗ ਪਿਆ, ਬਿਮਾਰੀ ਪਈ ਹੈ। ਫਿਰ ਇਸ ਤੋਂ ਬਾਅਦ ਤੁਸੀਂ ਫੈਮਿਲੀ ਲਾਈਫ ਵਿੱਚ ਆ ਜਾਓ। ਫੈਮਿਲੀ ਲਾਈਫ ਦੇ ਵਿੱਚ ਫੈਮਿਲੀ ਸਫਰ ਕਰ ਰਹੀਆਂ ਨੇ। ਫਿਰ ਤੁਸੀਂ ਕਮਿਊਨਿਟੀ ਲਾਈਫ ਵਿੱਚ ਆ ਜਾਓ, ਉੱਥੇ ਲੋਕ ਸਫਰ ਕਰ ਰਹੇ ਨੇ। ਫਿਰ ਤੁਸੀਂ ਥੋੜ੍ਹਾ ਹੋਰ ਹਾਇਰ ਲੈਵਲ 'ਤੇ ਕਿਸੇ ਸਿਟੀ, ਰੀਜਨ, ਨੇਸ਼ਨ, ਕੰਟਰੀ, ਵਰਲਡ ਵਾਈਡ ਆ ਜਾਓ, ਤੁਹਾਨੂੰ ਇਹ ਮਿਲੇਗੀ ਸਫਰਿੰਗ ਸਾਰੇ ਦੀ ਸਾਰੀ। ਗੁਰੂ ਬਾਬਾ ਜੀ ਨੇ ਜਿਹੜੀ ਬਾਤ ਕੀਤੀ, ਉਹ ਕਿਹਾ ਮਨੁੱਖ ਨੂੰ ਕੁਝ ਬੁਨਿਆਦੀ ਤੌਰ 'ਤੇ ਐਜੂਕੇਟ ਕੀਤਾ ਜਾਣਾ ਚਾਹੀਦਾ ਆ। ਹੁਣ ਇਹਦੀ ਜਿਹੜੀ ਬਾਤ ਹੋ ਰਹੀ ਹੈ, ਇਹਦੇ ਨਾਲ ਹੀ ਮੈਂ ਇੱਕ ਚੀਜ਼ ਹੋਰ ਐਡ ਕਰ ਦਿਆਂ, ਕਿਉਂਕਿ ਇਹ ਜਿਹੜੀ ਸ਼ਬਦ ਆ ਰਿਹਾ ਸਾਤਨ ਆਸਾ ਚਿੱਤ ਕਰੇ, ਇਹਦੇ ਸ਼ਬਦੀ ਅਰਥ ਬਣਦੇ ਨੇ ਜੀਵਾਤਮਾ ਆਪਣੇ ਚਿੱਤ ਵਿੱਚ ਇਸ ਚੀਜ਼ ਦੀ ਡਿਜ਼ਾਇਰ ਕਰਦੀ ਹੈ, ਇੱਛਾ ਕਰਦੀ ਹੈ, ਖਾਹਿਸ਼ ਕਰਦੀ ਹੈ, ਵਿਸ਼ ਕਰਦੀ ਹੈ। ਸਾਤਨ ਆਸਾ ਚਿੱਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜੀਏ ਆਏ। ਉਹਦੀ ਸੇਜਾ ਦੇ ਉੱਤੇ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਆਏ। ਹੁਣ ਇਹ ਕੀ ਹੈ? ਆਪਾਂ ਇਹਨਾਂ ਨਾਲ ਇੱਕ ਐਡ ਹੋਰ ਕਰ ਦਿੰਦੇ ਹਾਂ ਚੀਜ਼। ਜਿੱਥੇ ਕਿਤੇ ਵੀ, ਵੈਸੇ ਤਾਂ ਵਰਲਡ ਵਾਈਡ, ਜਿਵੇਂ ਮੈਂ ਅਮਰੀਕਾ ਦੀ ਬਾਤ ਕੀਤੀ, ਤੇ ਜੇ ਅਮਰੀਕਾ ਦੀ ਬਾਤ ਹੋ ਰਹੀ ਹੈ ਤੇ ਯੂਰਪ ਦੀ ਬਾਤ ਹੋ ਰਹੀ ਹੈ। ਹਾਲਾਂਕਿ ਯੂਰਪ ਲਈ ਅਮਰੀਕਾ ਆਈਡੀਅਲ ਸੁਸਾਇਟੀ ਹੈ। ਯੂਰਪੀਅਨ ਲੋਕ ਅਮਰੀਕਾ ਦੇ ਵਿੱਚ ਆ ਕੇ ਡਿਫਰੈਂਟ ਵੇ ਨਾਲ ਬਿਹੇਵ ਕਰਦੇ। ਕਹਿੰਦੇ ਇੱਥੇ ਉਹਨਾਂ ਨੇ ਤਰੱਕੀ ਲਿਆਂਦੀ, ਇੱਕ ਮਤਲਬ ਇੱਕ ਨਵਾਂ ਗਰੁੱਪ ਬਣਿਆ ਜਿਹੜਾ ਜਸਟ ਪ੍ਰੋਸਪੈਰਿਟੀ ਲਈ ਸੀ, ਫ੍ਰੀ ਸੁਸਾਇਟੀ ਲਈ ਸੀ। ਇਸ ਕਿਸਮ ਦੀ ਬਾਤ ਹੋਈ। ਯੂਰਪ ਦੇ 'ਚ ਉਹਨਾਂ ਦੀ ਆਈਡੈਂਟੀਟੀਜ਼ ਡਿਫਰੈਂਟ ਹੋਣਗੀਆਂ। ਕੋਈ ਫਰਾਂਸ ਤੋਂ ਆ ਰਿਹਾ, ਕੋਈ ਜਰਮਨ ਤੋਂ ਆ ਰਿਹਾ, ਕੋਈ ਸਕਾਟਿਸ਼ ਹੈ, ਕੋਈ ਬ੍ਰਿਟਿਸ਼ ਹੈ, ਕੋਈ ਇੰਗਲੈਂਡ ਤੋਂ ਆ ਰਿਹਾ, ਜਾਂ ਕੋਈ ਕਿਸੇ ਹੋਰ ਮਮਾਲਿਕ ਤੋਂ। ਪਰ ਇੱਥੇ ਆ ਕੇ ਇੱਕ ਉਹਨਾਂ ਨੇ ਇੱਕ ਡਿਫਰੈਂਟ ਸੁਸਾਇਟੀ, ਅਮਰੀਕਨ ਸੁਸਾਇਟੀ ਜਨਰੇਟ ਕੀਤੀ। ਦ ਸੁਸਾਇਟੀ ਵਿਚ ਇਜ਼ ਟੋਟਲੀ ਡੈਡੀਕੇਟਡ ਟੂਵਰਡ ਕ੍ਰੀਏਟਿੰਗ ਏ ਫ੍ਰੀ ਸੁਸਾਇਟੀ, ਜਿਹੜੀ ਫੁੱਲੀ ਫਰੀਡਮ, ਲਿਬਰਟੀ, ਸਟੈਚੂ ਉਹਦਾ ਲਾਤਾ। ਉੱਥੇ ਅਸੀਂ ਦੇਖਦੇ ਕਿ ਉੱਥੇ ਇਹ ਹਾਲਤ ਹੈ। ਜੇ ਆਪਾਂ ਥੋੜ੍ਹਾ ਇਸ ਨੂੰ ਆਪਣੇ ਲੈਵਲ 'ਤੇ ਲੈ ਆਈਏ ਤਾਂ ਉਹਦੇ 'ਚ ਇਹ ਹੈ ਕਿ ਪੰਜਾਬ ਦੀ ਫਿਜ਼ਾ ਜਾਂ ਦੇ ਆਲੇ ਦੁਆਲੇ ਦੇਖਦੇ ਹਾਂ, ਅਤੇ ਇਹਦੇ 'ਚ ਆਪ ਦੇਖੋਗੇ ਕਿ ਲੜਕੀ ਅਤੇ ਲੜਕੇ ਦੇ ਵਿੱਚ ਜਿਹੜੀ ਜੈਂਡਰ ਬੇਸਡ ਡਿਸਕ੍ਰਿਮੀਨੇਸ਼ਨ ਆ, ਇਹ ਬਿਲਕੁਲ ਹੈ। ਤੁਸੀਂ ਈਜ਼ੀਲੀ ਨੋਟਿਸ ਕਰ ਸਕਦੇ ਹੋ। ਜੇ ਇਹਦੇ ਰੀਜ਼ਨਸ ਦੇ ਪਿੱਛੇ ਜਾਈਏ ਤਾਂ ਇੱਕ ਸਾਈਕੀ ਹੈ। ਮਾਫੀ ਚਾਹਾਂਗਾ, ਮੈਂ ਥੋੜ੍ਹੀ ਹਾਰਸ਼ ਗੱਲ ਕਰਦੇ ਹਾਂ, ਪਰ ਬਾਣੀ ਨੂੰ ਸਮਝਣ ਵਾਸਤੇ ਸਾਡੇ ਲਈ ਬੜਾ ਜ਼ਰੂਰੀ ਹੈ। ਬਾਣੀ ਕਹਿ ਰਹੀ ਹੈ ਕਿਉਂਕਿ ਜੋ ਫੈਮਿਨਨ ਜੈਂਡਰ ਆ ਉਸ ਨੂੰ ਸਮਝਿਆ ਜਾ ਰਿਹਾ ਹੈ ਇਹ ਜੈਂਡਰ ਭੋਗੇ ਜਾਣ ਵਾਲਾ ਆ। ਭੋਗਣ ਵਾਲਾ ਕੌਣ ਹੈ? ਮੈਸਕੂਲਨ ਜੈਂਡਰ। ਸੋ ਜੋ ਭੋਗਿਆ ਜਾ ਰਿਹਾ ਉਸ ਨੂੰ ਨੀਵਾਂ ਮੰਨਿਆ ਗਿਆ ਵੀ ਇਹ ਤੇ ਐਕਚੁਅਲ ਲੈਵਲ 'ਤੇ ਇਸ ਨੂੰ ਤੇ ਇੱਕ ਤਰ੍ਹਾਂ ਦੇ ਨਾਲ ਮੈਸਕੂਲਨ ਜੈਂਡਰ ਜਿਹੜਾ ਉਹਦੀ ਡੋਮੀਨੇਸ਼ਨ ਆ, ਉਹਦੇ ਵਿੱਚ ਉਹਨੂੰ ਭੋਗ ਰਿਹਾ। ਸੋ ਇਸ ਰੂਪ ਵਿੱਚ ਕਿਹਾ ਗਿਆ ਕਿ ਭਾਈ ਜਿਹੜਾ ਫੈਮਿਨਨ ਜੈਂਡਰ ਆ ਇਹ ਤੇ ਠੀਕ ਨਹੀਂ ਗਾ, ਮੈਸਕੂਲਨ ਇਹ ਇਸ ਰੂਪ ਦੇ ਵਿੱਚ ਈਗੋ ਇੱਥੋਂ ਇਹ ਜਿਹੜੀ ਪ੍ਰਵਿਰਤੀ ਸਮਾਜਾਂ ਦੇ ਵਿੱਚ ਆਈ ਹੈ। ਫਿਰ ਇਸੇ ਪ੍ਰਵਿਰਤੀ ਦੇ ਵਿੱਚ ਸਮਾਜਾਂ ਨੇ ਇੱਕ ਆਪਣੇ ਤਰੀਕੇ ਦੀ ਸੁਸਾਇਟੀ ਬਿਲਡ ਕਰ ਲਈ, ਜਿਹਦੇ 'ਚ ਜਿਹੜੀਆਂ ਫੈਮਿਨਨ ਵੈਲਿਊ ਸੀਗੀਆਂ, ਫੈਮਿਨਨ ਰਾਈਟਸ ਸੀਗੇ, ਈਵਨ ਉਹਦੀ ਐਗਜ਼ਿਸਟੈਂਸ, ਉਹਦੀ ਹੋਂਦ ਜਿਹੜੀ ਸੀਗੀ, ਉਹ ਮਤਲਬ ਉਹਨੂੰ ਕੋ ਐਗਜ਼ਿਸਟੈਂਸ 'ਤੇ ਕੀ ਲੈ ਕੇ ਆਉਣਾ ਸੀਗਾ, ਉਸ ਨੂੰ ਤਾਂ ਬਿਲਕੁਲ ਡਿਪੈਂਡੈਂਟ ਲੈ ਆਉਂਦਾ। ਅਤੇ ਡਿਪੈਂਡੈਂਟ ਵੀ ਇਸ ਤਰੀਕੇ ਦੇ ਨਾਲ ਕਿ ਅਜੇ ਤੱਕ ਵੀ ਫੈਮਿਲੀ ਨੇਮਸ ਤੋਂ ਲੈ ਲਓ, ਹਰ ਚੀਜ਼ ਉਹ ਮੇਲ ਡੋਮੀਨੇਸ਼ਨ ਵਿੱਚੋਂ ਨਿਕਲ ਰਹੀ ਹੈ। ਇਸ ਸਾਰੇ ਦੇ ਉੱਤੇ ਮੈਂ ਰੀਸੈਂਟਲੀ ਕੁਝ ਸੱਜਣ ਮੈਨੂੰ ਕੁਛ ਭੇਜ ਰਹੇ ਸੀਗੇ ਸੋਸ਼ਲ ਮੀਡੀਆ ਤੋਂ ਕਿ ਕਿਸੇ ਨੇ ਕਿਹਾ, ਕੋਈ ਆਕਸਫੋਰਡ ਦੀ ਇੱਕ ਫੈਲੋ ਸਟੂਡੈਂਟ ਹੈਗੀ ਹੈ, ਅਤੇ ਉਹ ਇਹ ਕਹਿ ਰਹੀ ਸੀਗੀ ਕਿ ਪੰਜਾਬ ਬਾਬਤ 'ਚ ਇਹ ਕਿਹਾ ਜਾਏ ਕਿ ਅਸੀਂ ਕੋਈ ਐਡੇ ਵੀ ਚੰਗੇ ਲੋਕ ਨਹੀਂ ਗੇ, ਐਡਾ ਵੀ ਚੰਗਾ ਸਾਡਾ ਮੁਲਕ ਨਹੀਂ ਹੈਗਾ, ਅਸੀਂ ਇਹ ਨਾ ਮੰਨੀਏ, ਸਾਡੇ ਅੰਦਰ ਬਹੁਤ ਸਾਰੀਆਂ ਸਾਡੀ ਈਗੋ ਹੈ, ਹੰਕਾਰ ਹੈ, ਸਭ ਕੁਛ ਹੈ। ਇਹ ਸੱਚ ਹੈ।
तो ये गल नवीं नहीं गी, ये बाणी कह रही है ऑलरेडी, सैकड़े सालों तो कह रही है। हाँ वक्री गल है असीं उसे धरती ते रह के उसे सोर्स नूं क्रैडिट नहीं कर रहे या उसे सोर्स नूं असीं अप्लाई नहीं कर रहे, ये भी एक खामी है। क्योंकि बंदे दी सोच बड़ी काणी है। जिवें आपां अज भी माहौल भी देखते हैं, पंजाब ते पंजाबीयत नूं प्रमोट करना चंगी गल लगती है, पर जिथे सिੱਖੀ दी गल आ जाती है नो 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 नो, ये रिलीजियस हो जाएगा सब कुछ। हालांकि वो तो सारी बीमारी दी उहदे च ट्रीटमेंट पई है, उहदे च इलाज पिया सारा, पर वो कहते नहीं औखत की गल ना करो, बल्कि एक डिफरेंट वे दे नाल, एक डिफरेंट आइडेंटिटी दे उस किस्म की बात बनाई जा रही है। गुरु बाबा जी ने जी बात की है, मैं बाणी चो शब्द कोट करदा, महाराज बयान कर दे कि अरदास कर रहे गुरु अर्जन साहब, करमहीन तन करे बिनंती कद नानक आवे वारी। अपनी आइडेंटिटी की बनाई एक फैमिनन रूप दे विच, क्या मैं कर्मां तो हीणी, हे रब जी तेरे अगे अरदास करदी हां। की अरदास है? कर्महीन तन करे बिनंती कद नानक आवे वारी, सब सुहागण माणै रलियां एक देहो रात मुरारी। सब सुहागवतियां सुहाग दे रात मान रही ने, मैनू वो रात नहीं मिल रही। हुणे की गल हो रही है? गुरु साहब इत्थे गल की कर रहे हैं? गुरु साहब वो जिहड़ी एक बायस थॉट है ना कि फैमिनन जेंडर जिहड़ा आ ये ते भुगता आ, ये ते भोगिया जांदा आ, इस करके इनू की लाइक करना, ये तो किसी ते डिपेंडेंट आ, ये ते वैल्यू कुछ नहीं। साहिब महाराज वो सारी चीज़ नूं एलिमीनेट कर देंदे ने। महाराज कहते हकीकत यह है असी सारे ही भुगते हैं, भोगण वाला असल जिहड़ा सानू सारिਆਂ ਨੂੰ भोग के वो करतारिया, इसलिए अपने आप नूं ओदे सामने एक इस तरीके नाल प्रेजेंट किया जाए। इहदे विचों फिर की है? इहदे चों हौमै निकलेगी। बंदा जिहड़ी एक वो जिन्हों असीं कहने हैगे कि माचो माइटी जिहड़ी एक शिप आ बंदे दे एक तरह की प्रवृत्ति पई हुई है, वो कटेगी। सिੱਖੀ आशे दे विच आकड़खोर होना, जिहड़ा आ दूसरे बंदे नूं डराउणा, उसनूं सहकाउणा, उसनूं दबाउणा, ये नहीं है। इत्थे ते बड़ा न्यूट्रल अप्रोच है। भय काहूं को देत न पै मानत आन। डर डराने वाले तो काम ही नहीं है, दबन दबाने वाले तो काम ही नहीं है। मतलब मैं किसी तो दबदा नहीं, पर मैं दूजिਆਂ ਨੂੰ ਘੂਰ के दबावां, ये किवें हो सकता है? तो तां ही हो सकता है जे आपां मतलब इस सोच चो असीं दबन दबाउण वाली या डराउण वाली दूजे नूं इस किस्म की चीज़ चो तां ही बाहर आ सकते जे आपां रियल सैल्फ नूं समझांगे। ते साहिब बाबा जी ने दी बात पाई तो क्या वो बंदे तू एक जीवात्मा आ, ते जिहड़ी ये जीवात्मा आ, इस जीवात्मा नूं असल रूप दे च भोगण वाला वो मदर नेचर दा अलाही हुक्म ते ला आ, उस दे एहसास च आ जा। इत्थे जाके जे बंदा इहो जी सोच अपने मन मंडल विच पा लवे, सोच लवे अपने आप नूं, ते जिहड़ी समाज दे विच बहुत ज़्यादा भोगण दी वृत्ति है। मतलब है जे आपां धरती की गल करिए, चलो फैमिनन जेंडर नूं किसी तरीके दे नाल उसनूं एक ऑब्जैक्ट के रूप दे विच ट्रीट करना। हालांकि भावें जिन्नी मर्जी सोसाइटी एजुकेट हो गई, सब चीज़ां हो गई, पर अज भी तुसी देखो थोड़ा रूप बदल गया आ। ग्लैमर वर्ल्ड देख लो तुसी, सिने वर्ल्ड देख लो तुसी, ईवन हर तरह की चीज़ देखो। जिहड़ी औरत दी होनी है वो एक शो पीस तो वधाई नहीं गई। ये अलामत सोसाइटी दी है। तो फिर कली इत्थे नहीं, जिसनूं थोड़ा फिलोसफिकल साइड तो लै आईए, तो धरती फैमिनन है, जिहदे बाबत ये कहा गया धरती मां दे अजाया क्यों पृथ्वी पति कहाया। ये फ्यूडल सोच च आउंदी है बात, जगीरू बिरती, मेरी जगीर होए, मेरी मिल्कियत, मैं भोगण वाला होवां।
ਤੇ ਇਹਦੇ ਵਾਸਤੇ ਸਭ ਦੁਨੀਆ ਮੇਰੇ ਵਾਸਤੇ, ਸਾਰਾ ਪਦਾਰਥ ਮੇਰੇ ਵਾਸਤੇ, ਮੈਨੂੰ ਸਰਵ ਕਰਨ ਵਾਸਤੇ ਹੈ। ਬੰਦਾ ਇਸ ਕਿਸਮ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਜੀਣ ਦੀ ਤਵੱਕੋ ਰੱਖਦਾ ਆ, ਉਹਦੇ ਨਾਲ ਜਿਹੋ ਜਿਹਾ ਸਮਾਜ ਅਸੀਂ ਅੱਜ ਬਣਾਇਆ ਆ, ਚਾਹੀਦਾ ਤੇ ਇਹ ਹੈ ਕਿ ਮਨੁੱਖ ਇੱਕ ਦੂਜੇ ਦੀ ਵੈਲਬੀਇੰਗ ਵਾਸਤੇ, ਭਲੇ ਵਾਸਤੇ, ਉਸ ਕਿਸਮ ਦੇ ਵਾਸਤੇ ਜਾਏ। ਤੇ ਜੇ ਡੀਪ ਲੈਵਲ ਤੇ ਦੇਖਿਆ ਜਾਏ ਤੇ ਬੰਦਾ ਇੱਕ ਦੂਸਰੇ ਤੋਂ ਆਪਣੇ ਆਪ ਨੂੰ ਐਕਸਕਲੂਡ ਕਰ ਰਿਹਾ ਹੈ, ਤੇ ਐਕਸਕਲੂਡ ਵੀ ਕਰ ਰਿਹਾ ਮੈਂ ਦੂਜੇ ਨਾਲੋਂ ਜ਼ਿਆਦਾ ਬਿਹਤਰ ਹਾਂ, ਜ਼ਿਆਦਾ ਹਾਇਰ ਹਾਂ। ਤੇ ਬਲਕਿ ਜਦੋਂ ਅਸੀਂ ਅੱਜ ਲੈਵਲ ਤੇ ਆ ਗਏ ਹਾਂ, ਜਿਹੜਾ ਥੋੜ੍ਹਾ ਬਹੁਤਾ ਲਿਬਰਲਿਜ਼ਮ ਦਿਸ ਵੀ ਰਿਹਾ ਸੀਗਾ ਪੋਲੀਟੀਕਲ ਸਿਨੈਰੀਓ 'ਚੋਂ ਖਤਮ ਹੋ ਗਿਆ। ਅੱਜ ਕਿਹਾ ਜਾ ਰਿਹਾ ਰਾਈਟ ਵਿੰਗਸ ਆਲ ਓਵਰ ਦਾ ਵਰਲਡ ਜਿਹੜਾ ਹੈਗਾ ਉਹ ਲਗਾਤਾਰ ਬਾਉਂਸ ਬੈਕ ਕਰ ਰਿਹਾ ਪ੍ਰੋਪਰਲੀ ਗ੍ਰਾਸ ਰੂਟ ਤੋਂ। ਇਹ ਈਗੋ, ਹੰਕਾਰ, ਵੀ ਆਰ ਦਾ ਸੁਪੀਰੀਅਰ ਨੇਸ਼ਨ, ਵੀ ਆਰ ਦਾ ਸੁਪੀਰੀਅਰ ਪੀਪਲ, ਵੀ ਆਰ ਦਾ ਐਕਚੁਅਲੀ, ਜਿਨ੍ਹਾਂ ਨੂੰ ਇਸ ਕਿਸਮ ਦੀ ਇਹ ਅਲਾਮਤ ਜਿਹੜੀ ਹੈ, ਇਹ ਬੰਦੇ ਦੇ ਜਦੋਂ ਜਿੰਨੀ ਇਹਦੇ ਜ਼ਹਿਨ ਵਿੱਚ ਪੱਕੀ ਹੁੰਦੀ ਜਾਏਗੀ ਤੇ ਇਹਦੀ ਐਕਸਰਸਾਈਜ਼ ਕਰੇਗਾ, ਆਪਣਾ ਤੇ ਆਲੇ ਦੁਆਲੇ ਦਾ ਨੁਕਸਾਨ ਕਰੇਗਾ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਉਹ ਮਨੁੱਖ ਆਪਣੇ ਆਪ ਨੂੰ ਸਮਝ, ਤੂੰ ਤੇ ਅਸਲ ਵਿੱਚ ਉਸ ਕਰਤਾਰੀ ਰੰਗ ਦੇ ਵਿੱਚ ਆਪ ਇੱਕ ਭੋਗੇ ਜਾਣ ਵਾਲਾ ਇੱਕ ਧਰਤੀ ਦੇ ਉੱਤੇ ਇਵੋਲਵ ਹੋਈ ਲਾਈਫ ਆ। ਇਸ ਲਈ ਇਸ ਸਾਰੇ ਚੋਂ ਬਾਹਰ ਨਿਕਲ, ਉਸ ਰੱਬ ਅੱਗੇ ਅਰਦਾਸ ਕਰ। ਤੇ ਅਰਦਾਸ ਐਵੇਂ ਕਰ, ਦਾਤਾ ਮੈਂ ਤੇਰੀ ਛੋਟੀ ਜਿਹੀ ਧੇਰੇ ਆ, ਧਾਨੇ ਆ, ਮੈਨੂੰ ਤੂੰ ਨਵਾਜ। ਤੇ ਹੁਣ ਇੱਥੇ ਨਵਾਜਣ ਵਾਲੀ ਗੱਲ ਕੀ ਹੈ? ਆਪ ਇਹ ਵੀ ਦੇਖੋਗੇ, ਧਰਤੀ ਹੈ, ਧਰਤੀ ਨੂੰ ਬੀਜ ਚਾਹੀਦਾ ਹੈ। ਇਸ ਧਰਤੀ ਦੇ ਵਿੱਚ ਬੀਜ ਪਏਗਾ ਤੇ ਧਰਤੀ ਵਿੱਚ ਕੁਝ ਉੱਗੇਗਾ। ਬੀਜ ਚੰਗਾ ਹੋਏਗਾ, ਜੇ ਚੰਗੀ ਚੀਜ਼ ਆਏਗੀ, ਉਹਨੂੰ ਉਸ ਤਰੀਕੇ ਦੇ ਨਾਲ ਪ੍ਰਾਪਤ ਹੋਏਗੀ। ਫਲ ਲੱਗਣਗੇ, ਫੁੱਲ ਲੱਗਣਗੇ, ਅਨਾਜ ਲੱਗੇ, ਮਤਲਬ ਸਭ ਚੀਜ਼ਾਂ ਇਸ ਰੂਪ ਦੇ ਵਿੱਚ। ਤੇ ਜੇ ਬੀਜ ਹੀ ਮਾੜਾ ਆ ਗਿਆ ਫਿਰ ਕੀ ਹੋਣਾ ਆ? ਫਿਰ ਕੰਡੇ ਲੱਗਣਗੇ, ਫਿਰ ਉਹੋ ਜਿਹੀ ਕੰਡਿਆਲੀ ਚੀਜ਼ ਪੈਦਾ ਹੋਏਗੀ। ਇਸ ਸਭ ਦੇ ਵਿੱਚ ਦੇਖਿਆ ਜਾਏ ਨਾ, ਤੇ ਮਨੁੱਖ ਜਦੋਂ ਆਪਣੇ ਆਪ ਨੂੰ ਇਹ ਪ੍ਰੈਜ਼ੈਂਟ ਕਰ ਰਿਹਾ ਹੈ ਰੱਬ ਜੀ ਅੱਗੇ ਬਾਣੀ ਦੇ ਮੁਤਾਬਕ ਵੀ ਕਰਮਹੀਨ ਤਨ ਕਰੇ ਬੇਨੰਤੀ, ਮੈਂ ਕਰਮਾਂ ਤੋਂ ਹੀਣੀ ਤੇਰੇ ਅੱਗੇ ਬੇਨਤੀ ਕਰ ਰਹੀ ਹਾਂ ਦਾਤਾ। ਸਭ ਸੁਹਾਗਣ ਮਾਣੈ ਰਲੀਆਂ, ਇੱਕ ਦੇਹੋ ਰਾਤ ਮੁਰਾਰੀ, ਮੈਨੂੰ ਇਸ ਕਿਸਮ ਦੀ ਜਿਹੜੀ ਇੱਕ ਨਵਾਜ਼ਿਸ਼ ਦੇ। ਸਭ ਜ਼ਿਕਰ ਕਰਦੇ, छैल ਲੰਘੇਂਦੇ ਪਾਰ ਗੋਰੀ ਮਨ ਧੀਰਿਆ। ਮੈਂ ਅਦਨੀ ਜੀ ਗੋਰੀ ਹਾਂ, ਇੱਕ ਜੀਵਾਤਮਾ ਆ, ਮੇਰੇ 'ਚ ਤੇ ਕੋਈ ਸਮਰੱਥਾ ਨਹੀਂ ਹੈ। ਮੇਰਾ ਤੇ ਬੜੀ ਮੁਸ਼ਕਿਲ ਨਾਲ, ਮੈਂ ਤੇ ਆਲੇ ਦੁਆਲੇ ਸੁਰਤ ਦੇ ਉੱਚਿਆਂ ਨੂੰ ਵੇਖ ਕੇ ਧੀਰਜ ਬੰਨ੍ਹੀ ਆ ਥੋੜ੍ਹਾ ਬਹੁਤਾ, ਪਰ ਮੈਨੂੰ ਤੂੰ ਨਵਾਜ। ਨਵਾਜ ਕਿਵੇਂ? ਮੈਨੂੰ ਉਹ ਬੀਜ ਦੇ। ਹੁਣ ਇੱਥੇ ਬੀਜ ਦਾ ਮਾਇਨਾ ਕੀ ਹੈ? ਸੋਚ, ਖਿਆਲ। ਇਸ ਤਰ੍ਹਾਂ ਕਹਿ ਲਓ, if I actually try to put everything together in words, perceiving and conceiving, they are very close by process. ਇਸ ਤਰੀਕੇ ਨਾਲ ਜਾਣੋ ਕਿ ਜਿਵੇਂ ਖੇਤ ਨੂੰ ਕਲਟੀਵੇਟ ਕਰਕੇ ਤੇ ਉਹਦੇ 'ਚ ਸੋਇੰਗ ਹੁੰਦੀ ਹੈ, ਇਹ ਜਿਹੜਾ ਸਾਡਾ ਜ਼ਹਿਨ ਆ, ਇਹਦੇ 'ਚ ਜੋ ਥਾਟਸ ਆਉਂਦੇ ਨੇ ਉਹ ਭੋਗਦੇ ਨੇ ਸਾਨੂੰ। ਆਪ ਦੇਖੋਗੇ ਮਨ ਤੁਹਾਡਾ ਆ, ਐਨਰਜੀ ਤੁਹਾਡੀ ਹੈ, ਅਟੈਂਸ਼ਨ ਤੁਹਾਡੀ ਹੈ, ਕੋਈ ਥਾਟ ਬਾਏ ਕਰ ਜਾਂਦਾ, ਉਹ ਆ ਗਿਆ ਤੇ ਉਹ ਤੁਹਾਡੇ ਅੰਦਰ, ਤੁਹਾਡੀ ਸਾਰੀ ਮਤਲਬ ਰਾਤ ਨੂੰ ਸੁੱਤਿਆਂ 'ਚ ਸੁਪਨੇ ਬਣ ਗਏ, ਸਵੇਰੇ ਉੱਠੇ ਖਿਆਲ ਬਣ ਗਏ, ਜਦੋਂ ਮੂੰਹ ਖੋਲ੍ਹਿਆ ਗੱਲਾਂ ਬਣ ਗਈਆਂ ਤੁਹਾਡੀਆਂ, ਜਦੋਂ ਕਿਤੇ ਸਮਾਂ ਬਣਿਆ ਉਹ ਐਕਟ ਬਣਨੇ ਸ਼ੁਰੂ ਹੋ ਗਏ, ਉਹ ਬੀਜ ਪਨਪਣਾ ਸ਼ੁਰੂ ਹੋ ਗਿਆ। ਸੋ ਜੇ ਉਹ ਬੀਜ ਸਾਡੇ ਅੰਦਰ ਆਉਣਾ ਹੈ ਤੇ ਆਉਣਾ ਹੈ ਕਿਸੇ ਨਾ ਕਿਸੇ ਸੋਰਸ ਤੋਂ ਆਏਗਾ। ਸਭ ਕਹਿੰਦੇ ਰੱਬ ਜੀ, ਉਹ ਐਗਜ਼ਿਸਟੈਂਸ ਪਲੀਜ਼ ਤੂੰ ਹੀ ਮੈਨੂੰ ਇਹ ਬੀਜ ਦੇ ਦੇ, ਤੂੰ ਮੇਰਾ ਸੁਹਾਗ ਬਣ ਜਾ, ਮੈਂ ਤੇਰੇ ਕੋਲੋਂ ਇਹ ਚੀਜ਼ ਪਰਸੀਵ ਕਰਾਂ। ਬਚਨ ਹੈ ਸਾਤ ਨ ਆਸਾ ਚਿੱਤ ਕਰੇ, ਇਸ ਗੱਲ ਦੀ ਖਾਹਿਸ਼ ਹੈ, ਇੱਛਾ ਆ। ਜਦੋਂ ਇਸ ਹਾਇਰ ਲੈਵਲ ਦਾ ਬੰਦਾ ਸੋਚ ਰੱਖੇਗਾ ਤੇ ਕਹੇਗਾ ਮੈਨੂੰ ਸੋਚ ਹੀ ਉਹ ਚਾਹੀਦੀ ਜਿਹੜੀ ਕਰਤਾਰੀ ਐਗਜ਼ਿਸਟੈਂਸ ਨੂੰ ਮੇਰੀ ਸੁਰਤ 'ਚ ਪਾ ਦੇਵੇ। ਤੇ ਇਹਦਾ ਹੋਣਾ ਕੀ ਹੈ? ਅਸੀਂ ਸਵੇਰੇ ਵਿਚਾਰੇ ਸੰਤ ਸੰਗਤ ਰਾਮ ਹਿਰਦੈ ਬਸਾਈ। ਰਾਮ ਤੇ ਵਸ ਰਿਹਾ ਚਾਰ ਚੁਫੇਰੇ, ਜ਼ਰਰੇ ਜ਼ਰਰੇ 'ਚ ਵਸ ਰਿਹਾ।
पर मेरी सुरत मेरे ख्यालों च कित्थे वस रहा आ। मैं आले दुआले दी बंदा रब लभ रहा है लिटरली तौर पर, जिहड़ा चार छपेरे फैल रहा है, आप जिहदे विच जी रहा मौजूद आ, उहदे बारे कोई एहसास नहीं हैगा। इस नूं गुरु बाबा जी ने इस तरह बयान किया सीगा कि जल थल महियल पूरिया रविया विच वणा, सो प्रभ चित ना आवे कितड़ा दुख गणा। जल थल महियल पूरिया, जल विच थल विच दरमियान पूरिया, ओही ते पुरचा पिया। सो प्रभ चित ना आवे, वो जहन च ही नहीं हैगा, कितड़ा दुख गणा, किन्ना दुख आ। फिर बंदा लभन लई भज रहा आ मूर्ति जिन्नी जिहड़ी उन्हें आप घड़ी है, इहदे विच तां नहीं दिस रहा, इस नूं लै के बाहर किसी मूर्ति की पूजा कर रहा। जिन्हों भगत जी ने कहा सीगा कि पाती तोलै पाती तोड़ै मालनी, पाती तोड़ै जियो, जिस पाहन स्यो पाती तोड़ै सो पाहन निर्जियो। भूली मालनी है ए हो, सतगुर जागता है देव। क्या देखो पाती तोड़ै मालनी, पाती पाती जियो, वो पत्तियां तोड़ रही है, फुल तोड़ रही है, तो तोड़ रही है एक पत्थर ते चढ़ाने वास्ते। भगत जी पत्थर नूं डिनाई नहीं करते, पर जो एक्ट हो रहा सारा उन्होंने डिनाई करते, क्योंकि वह भी उहदी होंद विचों आया। जिन्हों कहा गया कि एक पत्थर ते पैर धरे ने, दूजे नूं पूज रहे हैं, जे वह पत्थर देवता है तो फिर आ जिहड़ा पैरों थले भी तो देवता ही होएगा। क्या रैशनल वे नाल सोच पाई बंदे दे जहन विच, पर बंदे नूं एहसास ना होया, बल्कि उन्होंने ये नहीं दिस रहा कि ये भी एक जिउंदी जोत है, उसकी मूर्ति उन्हें बनाई है, पर एक डिफरेंट वे दे नाल बंदे ने सोच लै ली, उसकी पूजा करन लग गया। मतलब जिहड़ी बुनियादी समस्या साडी वो है कि जो चार छपेरे ते जिहदे च असीं वस रहे हैं, ये सब वो आप ही ते है। ਇਹੋ ਜਿਹਾ ਸੰਬੰਧ ਬਣੇ ਕਿਸੇ ਨੂੰ ਦਬਾਉਣ ਦਾ, ਕਿਸੇ ਨੂੰ ਕੁਚਲਣ ਦਾ, ਕਿਸੇ ਨੂੰ ਛੋਟਿਆਂ ਕਰਕੇ ਬਿਆਨ ਕਰਨ ਦਾ, ਕਿਸੇ ਨੂੰ ਭੋਗਣ ਦਾ, ਕਿਸੇ ਨੂੰ ਯੂਜ਼ ਕਰਨ ਦਾ, ਕਿਸੇ ਨੂੰ ਅਬਿਊਜ਼ ਕਰਨ ਦਾ, ਕਿਸੇ ਨੂੰ ਓਪਰੈਸ ਕਰਨ ਦਾ। ਇੱਥੇ ਹੀ ਦੁੱਖ ਹੈ, ਇੱਥੇ ਹੀ ਸਫਰਿੰਗ ਹੈ, ਇੱਥੇ ਹੀ ਅਲਾਮਤ ਹੈ। ਕਿੱਡੀ ਆਈਡੀਅਲ ਥਾਟ ਦੀ ਗੱਲ ਹੋ ਰਹੀ ਹੈ। ਸਮਾਜਾਂ ਦੇ ਵਿੱਚ ਜਿਵੇਂ ਮਨੁੱਖਤਾ ਦੀ ਸੇਵਾ ਇਹ ਧਰਮ ਹੈ, पर किवें होएगी मनुखता की सेवा? हाँ, ग्रुप की सेवा जरूर होएगी। ये मेरा ग्रुप आ, क्यों? क्योंकि मेरे ते दे आइडियाज मिलते हैं, उस ग्रुप के नाल दे लोग चाहिए ने। फिर गैंग्स बन जाते छोटे छोटे, ऑर्गेनाइज रिलीजियस एक्सरसाइज यही कराउंदियां ने बंदे तो। गुरु बाबा जी ने बुनियादी तौर पर बयान किया, वो बंदे अकाल पुरख वाहिगुरु जिहड़ा सारी कायनात नूं सिरज रहा, तेनों भी सिरज रहा है, ਉਹਦੇ ਕੋਲੋਂ ਥਾਟ ਪਰਸੀਵ ਕਰ, ਮੰਗ ਉਹਦੇ ਕੋਲੋਂ, ਆ ਮੈਨੂੰ ਦੇ, ਮੈਂ ਇਹੋ ਜੀ ਸੋਚ ਆਪਣੇ ਅੰਦਰ ਬੀਜਾਂ। ਸਾਤਨ ਆਸਾ ਚਿਤ ਕਰੇ ਰਾਮ ਰਾਜਿਆ, ਹਰ ਪ੍ਰਭ ਸੇਜੜੀਐ ਆਏ, ਉਹ ਮੇਰੀ ਸੇਜਾ ਤੇ ਆ ਜਾਏ। ਉਹ ਮੈਨੂੰ ਇਹ ਵਿਚਾਰ, ਮੈਨੂੰ ਇਹ ਬੀਜ ਦੇ ਦੇਵੇ ਆ ਕੇ। ਮੇਰਾ ਠਾकुर ਅਗਮ ਦਿਆਲ ਹੈ, ਰਾਮ ਰਾਜਿਆ ਕਰ ਕਿਰਪਾ ਲੈ ਮਿਲਾਈ। बहुत सुंदर लफज पाए ने महाराज ने। मेरा ठाकुर जिदा हुक्म चलता है, कर्म मिला ना ठाक रहा है, जिदे हुक्म नूं कोई ठाक रोक नहीं पा सकता। मेरा ठाकुर अगम दयाल है, अगम है, इंद्रियां दी पहुंच तो परे है, दिसता नहीं, पता नहीं कित्थे है, किस रूप दे विच है, पर दयाल है। हुण ये चीज़ इस तरह आ कि जे ते कोई फिजिकल एलीमेंट की गल होए तो बंदा पकड़ लवे, ये सारे की सारी है तो सोच ख्याल के रूप में गल आ रही। बंदे दे अंदर की प्रवृत्ति नूं बदलण की गल हो रही है, तो उहदे लई कोई स्पैशल बाहर तो कोई उस किस्म की मूर्ति, कोई स्टैचू, कोई शेप इहो जी कोई लभेगी नहीं। इन्हें बाबा जी ने क्या दयाल है, वो तरस करने वाला आ। बंदा अकाल पुरख वाहिगुरू कोलों कंपैशन दे वे दे नाल ही मंग कर रहा है। जिवें प्यार आ, प्यार तुसी फोर्सफुली किसी तो लै नहीं सकते, तुसी फोर्सफुली किसी का प्यार बाय भी नहीं कर सकते। ये तो कोई
मतलब लव इज अ रिजल्ट ऑफ कंपैशन। किसी कड़सी किसी तरस विचों निकलदा है। जिहड़ा रब जी है वो सानू प्यार बख्शे, महाराज कहते बख्श सकता है क्योंकि दयाल है। वो तरस दे करदा सोमा है। अब बीते कल भगत रविदास जी की बात कर रहे थे। जे देखा जाए तो समाज विचों आले दुआले विचों उन्होंने शब्द जिहड़ा असीं अक्सर पढ़ते हैं, बेगमपुरा शहर को नाओ, दुख अंदो नहीं ते ठाओ, ना तजवीज़ खिराज ना माल, खौफ ना खता ना तरस जुआल, अब मोए खूब वतन गए पाई, ऊहाँ खैर सदा मेरे पाई, कायम दायम सदा पातशाही, आबादान सदा मशहूर, ऊहाँ गणी बसें मामूर। हुण ये सारे शब्द जिवें जिवें पढ़ते जाते हो तुसीं पता लगता है परशियन लिटरेचर दे विच, परशियन खास करके एक लैंग्विस्टिक साइड तो एक बहुत उमदा एक वणगी है। इस रूप में बात असीं देखते हैं। या उन्होंने होर बहुत सारिया रचनावां पौधन विचार रहे थे कि मृग मीन प्रिंग पतंग कुंचर एक दोख विनाश, पंच दोख असाध जामै ताकि केतक आस। या एक दिन बचन होर विचार रहे थे। भगत जी के शब्द हैगा जो जिक्र करते कि दूध तो बचरे थनै बिटारियो, फूल पवर जल बीन बिगारियो, माई गोबिंद पूजा कहाँ ल चराऊं, अवर न फूल अनूप न पाऊं। मतलब क्या बंदे नूं समझाया किहड़ी पूजा करनी है किहड़ी नहीं, किस रूप दे विच, इन्नी सोझी। उन्हां वास्ते तो कोई वक्ती तौर पर विद्यालय नहीं खोला, उन्होंने तो किसी धर्म मंदिर दे परछावें दे कोल भी खड़े होने की इजाजत नहीं की, अछूत ने। ये किवें होया? यह अकाल पुरख वाहिगुरू की दया आ, तरसिया। इत्थे जाके जो बंदा उस रब्बी हस्ती दे उस तरस का मालक बन जाता है, फिर वह नवाज दिंदा है अगम। मतलब ये तो नहीं कह सकते। इसलिए बाणी कहती वो हुक्म का वरतारा आ, सानू नहीं पता किवें वरतदा है। साहिब गुरु रामदास साहब कहते मेरा ठाकुर अगम दयाल है राम राजा, कर कृपा लेह मिलाई। वो अपने नाल मिला लेंदा, बांह फड़ लेंदा कृपा करके। मेरा मन तन लोचा गुरमुखे राम राजा, हर शरदा सेज विछाई। मेरा मन तन लोचा गुरमुखे। इत्थे गुरमुख जिहड़ा स्कूल आ वो एक सोर्स बन सकता है। अस शब्द पढ़ते हैं ना कि गुरु वाल मुख करन दे नाल उहदे वाल मुख हो जाता है, क्योंकि गुरु हर दरगाह का बासीठ बन जाता है। हुण ये जिहड़ी चीज साहब ने बयान की, मेरा मन तन लोचा गुरमुखे, क्योंकि मैं इत्थे एक डिसिपलिन फॉलो करने की गल भी आ जाएगी। हालांकि ये काव रूप में गुरु साहब ने एक रब्बी बलबले नूं लफ्ज़ां च पाया आ, पर हकीकी बात यह है जे मैं गुरु वाल मूँह करदा फिर मैं गुरु आशे मुताबिक अपनी वे ऑफ लाइफ जिहड़ी है उन्होंने उस तरीके ट्रांसफर करदा। उस तरीके नाल जदों उस तरीके की सोच नूं मैं अडॉप्ट करदा आ, एक्सैप्ट करदा आ, उसनूं मैनीफेस्ट करने लई तैयार हो जाना, एक्सरसाइज करने लई तैयार हो जाना आ, फिर वो राह पद्धरा हो जाता है। महाराज ने बयान किया, मेरा मन तन लोचा गुरमुखे राम राजिया, हर शरदा सेज विछाई। शरदा सेज विछाई, जिस सेजा ते आके उन्हें मैनू भोगना आ, वो सेजा शरदा दी है। शरदा डिवोशन एक हायर लैवल की चीज़ आ। बंदा थोड़ा बहुता मतलब शो ऑफ करने वास्ते, क्योंकि ज़्यादातर इंटलैक्ट सानू चलाउंदा सुपर ईगो, तो वो सानू समाज संसार दे विच बाहरों विखावे जोगा थोड़ा पोलाइट भी बना देंदी है। थोड़ी बहुती साडे अंदर एक तरह की हंबलनैस भी हुंदी है। इहो जिहियां चीज़ां आ जांदियां, पर डीप लैवल ते एक श्रद्धा, एक ऐसी आस, एक ऐसी अंदर खिच भी वो अकाल पुरख वाहिगुरू मैं तेरे दर दा पखारी हाँ, मैं तेरा मंगता मैनू दे, मैनू नवाज। एक ऐसी हालत मन तन उहदे अगे रख देना। महाराज कहते इस सेजा नूं जदों तू लै आवेगा
फिर वो ज्ञान तत्त भोगेगा तेनों आके, वो बीज पाएगा। तो उस पए हुए बीज विचों जो चीज निकलेगी वो फिर चिंतन होएगा, चिंता नहीं होएगी। वो फिर बेपरवाही होएगी। संसार दी बहुत ज़्यादा रवान जिहड़ी एक तरह दे नाल बहुत पश्चेमीनगी है, वो नहीं होएगी। ਉਹਦੇ ਵਿੱਚੋਂ ਜਿਹੜੀ ਚੀਜ਼ ਉਮਗੇਗੀ ਉਹ ਸਿਰਫ ਅਤੇ ਸਿਰਫ ਪਲੇਜ਼ਰ ਹੋਏਗਾ, ਸੁਖ ਹੋਏਗਾ ਹਾਇਰ ਲੈਵਲ ਦਾ, ਸੁਰਤ ਦੇ ਅੰਦਰ ਆਨੰਦ ਹੋਏਗਾ, ਉਹ ਦੁੱਖ ਨਹੀਂ ਹੋਏਗਾ। ਇੱਥੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ ਕਿ ਇਹ ਤਾਂ ਪੋਸੀਬਲ ਹੈ ਜੇ ਸ਼ਰਧਾ ਸੇਜ ਵਿਛਾਈ। ਅੰਤਲੀ ਲਾਈਨ ਹੈ, ਜਨ ਨਾਨਕ ਹਰ ਪ੍ਰਭ ਭਾਣੀਆਂ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ। हे ਨਾਨਕ ਕਹਿ ਹਰ ਪ੍ਰਭ ਭਾਣੀਆਂ, ਹੋ ਸਕਦਾ ਆ ਉਹਨੂੰ ਭਾਣ ਦੇ ਸਮਰੱਥ ਹੋ ਜਾਵਾਂ, ਉਹਨੂੰ ਭਾ ਜਾਵਾਂ। ਗੁਰੂ ਬਾਬਾ ਜੀ ਨੇ ਮਨੁੱਖਾਂ ਦੀ ਦੁਨੀਆ ਦੇ ਵਿੱਚ ਜਿਹੜੀ ਖਾਸ ਕਰਕੇ ਮੈਂ ਫਿਰ ਬੇਨਤੀ ਕਰਾਂਗਾ ਕਿ ਮੈਸਕੂਲਨ ਜੈਂਡਰ ਦੀ ਜਿਹੜੀ ਡੋਮੀਨੇਸ਼ਨ ਸੀਗੀ ਉਸ ਨੂੰ ਮਿਸਾਲੀ ਤੌਰ 'ਤੇ ਇੱਕ ਮੈਟਾਫੋਰ ਦੇ ਤੌਰ 'ਤੇ ਲਿਆਂਦਾ ਅਤੇ ਸਾਨੂੰ ਸਮਝਾਇਆ ਕਿ ਉਹ ਬੰਦੇ ਤੂੰ ਸੰਸਾਰ ਨੂੰ ਭੋਗਣ ਵਾਸਤੇ ਇਸ ਧਰਤੀ ਦੇ ਉੱਤੇ ਇਸ ਭੋਗ ਬਿਰਤੀ 'ਚ ਜੀ ਰਿਹਾ, ਇਹਦੇ ਵਿੱਚੋਂ ਆਹ ਸੈਂਸ ਕਿਉਂ ਨਹੀਂ ਲੈ ਰਿਹਾ। ਸਮਝ ਇਹ ਕਿ ਇੱਕ ਭਗਤੀ ਭਾਵ ਵਿੱਚ ਆ ਜਾ। ਇਹ ਪ੍ਰੇਮਾ ਭਗਤੀ ਹੈ ਸਾਰੀ, ਇਹ ਉਹ ਨਹੀਂ ਜਿਹੜੀ ਰਾਸਾਂ ਰਚਾ ਕੇ ਲੋਕੀ ਰੋਂਦੇ ਸੀ ਤੇ ਕਲਪਦੇ ਸੀ ਤੇ ਵਿਖਾਵਾ ਕਰਦੇ ਸੀ, ਉਹ ਨਹੀਂ। ਕੀ ਇਹ ਉਹ ਭਗਤੀ ਹੈ ਜਿਹੜੀ ਸਾਡੀ ਇਨਰ ਬੈਟਰਮੈਂਟ ਵਾਸਤੇ ਇੱਕ ਸਕੂਲ ਆਫ ਥਾਟ ਦੇ ਤੌਰ 'ਤੇ ਸਾਡੇ ਅੰਦਰ ਮੈਨੀਫੈਸਟ ਹੋਣੀ ਚਾਹੀਦੀ ਹੈ। ਗੁਰੂ ਬਾਬਾ ਜੀ ਬਿਆਨ ਕਰਦੇ ਜਨ ਨਾਨਕ ਹਰ ਪ੍ਰਭ ਭਾਣੀਆਂ ਰਾਮ ਰਾਜਿਆ ਮਿਲਿਆ ਸਹਿਜ ਸੁਭਾਈ। ਬਾਕੀ ਉਹਦੇ 'ਤੇ ਕੋਈ ਜਿਵੇਂ ਮੈਂ ਬੇਨਤੀ ਕਰ ਰਿਹਾ ਵੀ ਧੱਕੇ ਨਾਲ ਕਿਸੇ ਨੂੰ ਤੁਸੀਂ ਨਾ ਪਿਆਰ ਕਰਵਾ ਸਕਦੇ ਹੋ ਨਾ ਪਿਆਰ ਕਰ ਸਕਦੇ, ਤੇ ਸਹਿਜ ਸੁਭਾਏ ਆ। ਇਹ 'ਤੇ ਕੋਈ ਇਨਰ ਉਸ ਤਰੀਕੇ ਦੀ ਕਸ਼ਿਸ਼ ਆ ਉਸ ਅਟਰੈਕਸ਼ਨ ਵਿੱਚੋਂ ਜਿਹੜੀ ਲਾਈਫ ਦੀ ਇੰਟਰੈਕਸ਼ਨ ਆ, ਜਿਹੜੀ ਐਕਚੁਅਲ ਲੈਵਲ 'ਤੇ ਕਿਸੇ ਨਾਲ ਇੰਟਰੈਕਟ ਹੋਣਾ, ਸਾਂਝ ਪਾਉਣੀ, ਉਹ ਬਣਦੀ ਹੈ। ਹਾਂ, ਇਹਦੇ ਲਈ ਅਸੀਂ ਅਰਦਾਸ ਕਰੀਏ, ਤਰਲਾ ਕਰੀਏ, ਮਿੰਨਤ ਕਰੀਏ। ਹੋ ਸਕਦਾ ਹੈ ਜਿਹੜਾ ਸਰਬ ਵਿਆਪੀ ਤੱਤ ਆ ਉਹ ਜਿਹੜਾ ਜ਼ਰਰੇ ਜ਼ਰਰੇ 'ਚ ਰਵਿਆ ਪਿਆ ਹੈ, ਮੇਰੇ ਅੰਦਰ ਵੀ ਰਵਿਆ ਆ, ਬ੍ਰੇਨ 'ਚ ਵੀ, ਮੇਰੀ ਸੁਰਤ ਜਿਹਦੇ 'ਚ ਟਿਕੀ ਹੈ, ਸਭ ਚੀਜ਼ਾਂ ਦੇ ਵਿੱਚ, ਉਹਦੇ 'ਚ ਹੋ ਸਕਦਾ ਉਹ ਜਿਹੜੀ ਗੋਡਲੀ ਪਾਰਟੀਕਲ ਐਬਿਲਿਟੀ ਹੈ ਉਹ ਕਿਤੇ ਸਪਾਰਕ ਕਰ ਜਾਏ। ਜਦੋਂ ਕਰ ਗਈ ਤੇ ਫਿਰ ਦਿਸ ਆਵੇ ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਇਹ ਚੀਜ਼ ਹੋ ਜਾਏ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। आज समझ आ जाए एहसास मेरा मुझ में किछ नहीं, जो कुछ है सो तेरा, तेरा तुझको सौंपते क्या लाग गया मेरा। आ जाए एहसास है, पर है वो जिस पार्क हो जाए थे। सब रहमत करन ऐसे आलमी संदेश विचों महाराज सानू जो संदेश दे रहे ने, नवाज रहे ने, वो किते वाकई च घर घर जाए, बीजिया जाए। इन्नियां क बिनतियां नाल खिमा भुलां गलतियां ना चतारनियां। किरसान माई पाई दी चढ़दी कला ते सफलता दी अरदास दे नाल समाप्ति है कहना जी। वाहिगुरू जी का खालसा, वाहिगुरू जी की फतेह।